ਸਤਿਨਾਮ ਵਾਹਿਗੁਰੂ ਜੀਓ। ਤੂੰ ਸੁਲਤਾਨ ਕਹਾਂ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਏ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਸਤਿਕਾਰਯੋਗ ਸਤਿਗੁਰੂ ਸਵਾਰੀ ਸਤ ਸੰਗਤ ਜੀਓ। ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਦੀਆਂ ਬਖਸ਼ਿਸ਼ਾਂ ਨੂੰ ਰਲ ਮਿਲ ਕੇ ਮਾਨਣ ਦਾ ਯਤਨ ਕਰ ਰਹੇ ਹਾਂ। ਕੱਲ੍ਹ ਆਪਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦੀ ਪਵਿੱਤਰ ਬਾਣੀ, ਉਹਦੀ ਵਿਚਾਰ ਪ੍ਰਾਰੰਭ ਕੀਤੀ ਹੈ। ਇਤਿਹਾਸ ਦੇ ਵੀ ਨਾਲ ਨਾਲ ਦਰਸ਼ਨ ਕਰਿਆ ਕਰਾਂਗੇ, ਨਾਲ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਉਪਦੇਸ਼ ਜੋ ਜੀਵਨ ਜਾਚ ਦਰਸਾ ਰਹੇ ਹਨ, ਉਹਦੇ ਦੀਦਾਰ ਕਰਾਂਗੇ। ਆਓ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਜੀ ਦਾ ਗੌੜੀ ਰਾਗ ਵਿੱਚ ਇਹ ਪਹਿਲਾ ਸ਼ਬਦ, ਸਾਧੂ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਿਸ ਭਾਗੋ। ਆਪਾਂ ਵਿਚਾਰਿਆ ਸੀ ਇਹ ਸਰੀਰ ਸਾਧਨਾ ਲਈ ਮਿਲਿਆ ਹੈ। ਸਾਧਨਾ ਕਾਹਦੇ ਲਈ ਕਰਨੀ? ਅੰਦਰ ਦਾ ਮਾਣ ਟੁੱਟੇ ਤੇ ਉਹਦੀ ਰਹਿਮਤ ਨੂੰ ਅੰਦਰੋਂ ਮਾਣ ਸਕੀਏ। ਪਰ ਸਤਿਗੁਰੂ ਜੀ ਜਦੋਂ ਰੱਬ ਦੀ ਘਰ ਦੀ ਬਾਤ ਪਾਉਂਦੇ ਨੇ ਵੀ ਜ਼ਿੰਦਗੀ ਦਾ ਨਿਸ਼ਾਨਾ ਜੇ ਪਰਮਾਤਮਾ ਨੂੰ ਮਿਲਣ ਦਾ ਬਣ ਜਾਵੇ, ਇਹ ਖੇਡ ਔਖੀ ਜੇ ਕੋਈ ਸੌਖੀ ਨਹੀਂ। ਨਿਰਵਾਣ ਪਦ ਦੀ ਪ੍ਰਾਪਤੀ ਕਰਨੀ, ਤੱਤ ਨੂੰ ਪਛਾਣਨਾ, ਆਪਣੇ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਣਾ ਖੇਲ ਕਠਨ ਹੈ। ਸਵਾਲ ਪੈਦਾ ਹੁੰਦਾ ਏ, ਜਪਜੀ ਸਾਹਿਬ ਦਾ ਮੈਂ ਪਾਠ ਕਰਨਾ, ਇਹਦੇ 'ਚ ਔਖਾ ਕਿਹੜਾ ਕੰਮ ਹੋਇਆ? ਜਾਪ ਸਾਹਿਬ ਸੁਣ ਸਕੀਦਾ, ਪੜ੍ਹ ਸਕੀਦਾ, ਇਹਦੇ 'ਚ ਔਖੇ ਹੋਣ ਵਾਲੀ ਕਿਹੜੀ ਗੱਲ ਏ? ਇਹ ਖੇਡ ਨੂੰ ਕਠਨ ਕਿਉਂ ਕਿਹਾ ਗਿਆ ਏ? ਗੁਰੂ ਕੇ ਪਿਆਰਿਓ, ਪਾਠ ਕਰਨਾ ਸੁਖਾਲਾ, ਸੇਵਾ ਕਰਨੀ ਵੀ ਹੋਵੇ ਜਾਪਦਾ ਹੈ ਵੀ ਰਸਤਾ ਸੌਖਾ ਹੈ। ਪਰ ਜਦੋਂ ਜ਼ਿੰਦਗੀ ਦਾ ਨਿਸ਼ਾਨਾ ਪਰਮਾਤਮਾ ਨੂੰ ਬਣਾ ਕੇ ਤੁਰਾਂਗੇ, ਪਰਮਾਤਮਾ ਬਾਰੇ ਸਤਿਗੁਰੂ ਜੀ ਗੁਰਬਾਣੀ ਵਿੱਚ ਦੱਸਦੇ, ਉਹ ਸਾਡੇ ਆਪਣੇ ਅੰਦਰ ਹੀ ਰਹਿ ਰਿਹਾ ਹੈ, ਉਹ ਬਾਹਰ ਨਹੀਂ, ਸਾਡੇ ਅੰਦਰ ਏ। ਚਾਰੇ ਕੁੰਡਾਂ ਦੇਖ ਅੰਦਰ ਭਾਲਿਆ। ਜਿਉਂ ਪਰਮਾਤਮਾ ਅੰਦਰ ਹੈ, ਸੁਭਾਵਿਕ ਕਿ ਸਾਨੂੰ ਵੀ ਉਹਨੂੰ ਮਿਲਣ ਲਈ ਅੰਦਰ ਜਾਣਾ ਪੈਣਾ। ਸਵਾਲ ਇਹ ਵੀ ਇਹ ਖੇਡ ਕਠਨ ਕਿਉਂ ਹੈ, ਜਦੋਂ ਕਿ ਇਹ ਸਭ ਤੋਂ ਸੁਖਦਾਈ ਪਿਆਰਾਂ ਵਾਲਾ ਰਸਤਾ ਏ। ਪਰ ਇਹਨੂੰ ਅੱਜ ਸਤਿਗੁਰੂ ਜੀ ਨੇ ਕਠਨ ਖੇਲ ਕਿਹਾ ਹੈ। ਪਹਿਲੇ ਜਾਮੇ ਵਿੱਚ ਕਿਹਾ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਿਰ ਤਲੀ ਤੇ ਧਰ ਕੇ ਇੱਧਰ ਆਓਗੇ ਜੇ ਖੇਡ ਖੇਡਣੀ ਏ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨ ਕੀਜੈ। ਸੀਸ ਭੇਟਾ ਕਰਨਾ ਪੈਂਦਾ ਹੈ। ਸਵਾਲ ਇਹ ਵੀ ਮਿਲਣਾ ਪਰਮੇਸ਼ਰ ਨੂੰ ਬੈਠਾ ਅੰਦਰ ਏ, ਫਿਰ ਉਹਦੇ ਵਾਸਤੇ ਇਹ ਸੀਸ ਭੇਟਾ ਦੀ ਕੀ ਕਹਾਣੀ ਹੋਈ? ਕਿਧਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸੂਰਮਿਆਂ ਦਾ ਕੰਮ ਹੈ।
ਔਖੀਆਂ ਖੇਡਾਂ ਔਖੀਆਂ ਕੰਮਾਂ ਨੂੰ ਹੱਥ ਬਹਾਦਰ ਰੂਹਾਂ ਹੀ ਪਾਉਣਗੀਆਂ ਨਾ, ਕੋਈ ਕੈਰ 'ਤੇ ਨਹੀਂ ਪਾਏਗਾ। ਸਤਿਗੁਰੂ ਜੀ ਕਹਿੰਦੇ ਨਾਮ ਜਪਣਾ ਬਹਾਦਰ ਰੂਹਾਂ ਦਾ ਕੰਮ ਹੈ, ਸੂਰਮਿਆਂ ਦਾ ਕੰਮ। ਇਸ ਖੇਡ ਵਿੱਚ ਕੁੱਦ ਪੈਣਾ, ਪਰਵਾਹ ਨਾ ਕਰਨੀ ਇਹਨਾਂ ਦੀ। ਇਹ ਕਹਾਣੀ ਕੀ ਹੈ? ਗੁਰੂ ਕੇ ਪਿਆਰਿਓ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਤਰਸ ਕਰਕੇ ਤੋਰਿਆ ਉਹਨਾਂ ਨੂੰ ਤੇ ਪਤਾ ਇਹਨਾਂ ਗੱਲਾਂ ਦਾ। ਪਰ ਜਿਹੜਾ ਸੰਸਾਰ ਇਹ ਖੇਡ ਸ਼ਬਦ ਹੀ ਸੁਣ ਕੇ ਪਿੱਛੇ ਹਟ ਕੇ ਖਲੋ ਜਾਂਦਾ ਏ, ਥੋੜ੍ਹਾ ਜਿਹਾ ਇਹਦੇ ਬਾਰੇ ਮੈਂ ਵਿਚਾਰ ਕਰਨਾ ਜ਼ਰੂਰੀ ਸਮਝਦਾ ਸੀ। ਤਾਂ ਹੀ ਸ਼ਬਦ ਦੇ ਅੱਖਰੀ ਅਰਥ ਕਰਕੇ ਕੱਲ ਵਿਚਾਲੇ ਇਸ ਚੀਜ਼ ਨੂੰ ਛੱਡ ਕੇ ਦੁਬਾਰਾ ਛੇੜਿਆ। ਆਓ ਜਰਾ ਇਸ ਨੂੰ ਯਤਨ ਕਰੀਏ ਸਮਝਣ ਦਾ। ਪਰਮਾਤਮਾ ਅੰਦਰ ਬੈਠਾ ਹੈ। ਹੁਣ ਅਸੀਂ ਅੰਦਰ ਜਾਣਾ। ਅੰਦਰ ਕਿੰਨੇ ਜਾਣਾ? ਹੱਥ ਨਹੀਂ ਆਪਣੇ ਮੇਰੇ ਅੰਦਰ ਜਾਣਗੇ, ਮੇਰੀਆਂ ਅੱਖਾਂ ਵੀ ਨਹੀਂ ਅੰਦਰ ਜਾਣਗੀਆਂ। ਰੱਬ ਨੇ ਇਹਨਾਂ ਨੂੰ ਬਾਹਰ ਵੇਖਣ ਦੀ ਡਿਊਟੀ ਲਾਈ, ਕੰਨਾਂ ਨੇ ਬਾਹਰੋਂ ਕੁਝ ਸੁਣਨਾ ਏ। ਰੱਬ ਅੰਦਰ ਬੈਠਾ ਏ, ਅੰਦਰ ਹੁਣ ਕਿਹੜੀ ਚੀਜ਼ ਆਵੇ? ਬਾਹਰੋਂ ਤੇ ਗੁਰੂ ਕੇ ਪਿਆਰਿਓ ਕਿਹੜੀ ਚੀਜ਼ ਨੂੰ ਅੰਦਰ ਕੋਈ ਸਰੀਰ ਦੀ ਤੇ ਚੀਜ਼ ਨਹੀਂ। ਉਹ ਹੈ ਸੁਰਤੀ ਤੇ ਧਿਆਨ ਨੂੰ ਖਿੱਚ ਕੇ ਆਪਣੇ ਅੰਦਰ ਲੈ ਕੇ ਜਾਣਾ। ਹੁਣ ਜਦੋਂ ਆਪਣਾ ਧਿਆਨ ਨੂੰ ਆਪਣੇ ਅੰਦਰ ਲਿਜਾਣਾ ਏ ਤੇ ਅਸੀਂ ਇਕੱਲੇ ਆਪ ਨਹੀਂ ਜਾ ਸਕਦੇ ਵੀ ਅੱਖਾਂ ਮੀਟਾਂ ਤੇ ਧਿਆਨ ਅੰਦਰ ਆ ਜਾਏ। ਨਹੀਂ, ਉਹਦੇ ਲਈ ਸਤਿਗੁਰਾਂ ਨੇ ਕਿਰਪਾ ਕਰਕੇ ਕਿਹਾ ਗੁਰੂ ਚਾਹੀਦਾ। ਸਤਿਗੁਰੂ ਜੀ ਨਾਮ ਬਖਸ਼ਦੇ ਨੇ। ਮਹਾਰਾਜ ਕਹਿੰਦੇ ਨਾਮ ਜਪੋ ਤੇ ਉਹਦਾ ਨਾਲ ਅੰਦਰ ਧਿਆਨ ਧਰੋ। ਮੈਂ ਬੇਨਤੀ ਕਰਾਂ, ਅਕਸਰ ਪੁੱਛਿਆ ਜਾਂਦਾ ਧਿਆਨ ਕਿੱਥੇ ਧਰੀਏ ਤੇ ਧਿਆਨ ਕਿਸ ਦਾ ਧਰਿਆ ਜਾਵੇ। ਗੁਰੂ ਕੇ ਪਿਆਰਿਓ, ਧਿਆਨ ਤੇ ਸਤਿਗੁਰਾਂ ਦੀ ਸ਼ਬਦ ਦਾ ਹੀ ਧਰਨਾ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹਨ। ਵਾਹਿਗੁਰੂ ਸ਼ਬਦ ਉਹਨੂੰ ਹੀ ਤੱਕੀਏ ਤੇ ਉਹਨੂੰ ਜਪੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੰਗੀ ਤਰ੍ਹਾਂ ਦਰਸ਼ਨ ਕਰਕੇ, ਨੇਤਰ ਬੰਦ ਕਰਕੇ ਉਹਨਾਂ ਨੂੰ ਵੀ ਲਿਆ ਜਾ ਸਕਦਾ ਹੈ। ਸਤ ਸੰਗੀ ਜਨੋ, ਕਈ ਪਿਆਰ ਵਾਲੇ ਹਰਿਮੰਦਰ ਸਾਹਿਬ ਦਾ ਉਹ ਦ੍ਰਿਸ਼ ਆਪਣੇ ਸਾਹਮਣੇ ਰੱਖਦੇ ਹਨ। ਕਈ ਜਿੱਥੇ ਸੰਗਤਾਂ ਜੁੜੀਆਂ ਹੋਣ, ਉਹਨਾਂ ਜੁੜੀਆਂ ਹੋਈਆਂ ਸੰਗਤਾਂ ਨੂੰ ਗੁਰੂ ਕੇ ਪਿਆਰਿਓ ਉਹਨਾਂ ਦਾ ਮੂੰਹ ਮਹਾਰਾਜ ਵਾਲੇ ਪਿਛਲੇ ਪਾਸਿਓਂ ਦੀ ਖੋ ਕੇ ਉਹਨਾਂ ਦੇ ਚਿਹਰੇ ਨਾ ਦਿਸਣ, ਸਮੁੱਚੀ ਸੰਗਤ ਨਜ਼ਰ ਆਵੇ। ਉਹਨਾਂ ਜੁੜੀਆਂ ਨੂੰ ਸਾਹਮਣੇ ਰੱਖਦੇ ਤੁਰਨ ਲਈ ਕੇਵਲ ਪਹਿਲੇ ਕਦਮ। ਪਰ ਅਸਲ ਵਿੱਚ ਧਿਆਨ ਤਾਂ ਸਤਿਗੁਰੂ ਕਹਿੰਦੇ ਸ਼ਬਦ ਦਾ ਹੀ ਧਰਨਾ ਹੈ। ਜੇ ਵਾਹਿਗੁਰੂ ਕਹਿੰਦੇ ਆ ਤੇ ਵਾਹਿਗੁਰੂ ਹੀ ਅੰਦਰ ਆਵੇ ਨਜ਼ਰ, ਉਹਦੇ 'ਤੇ ਧਿਆਨ ਧਰੀਏ। ਹੁਣ ਧਿਆਨ ਧਰਨਾ ਕਿੱਥੇ ਵੇ? ਤੇ ਧਿਆਨ ਧਰਨਾ ਹੀ ਔਖਾ ਹੈ ਪਿਆਰਿਓ। ਧਿਆਨ ਹਿਰਦੇ 'ਚ ਵੀ ਧਰਨ ਦਾ ਹੁਕਮ ਹੈ। ਇੱਕ ਚੀਜ਼ ਨਹੀਂ ਹੁੰਦੀ, ਜਦੋਂ ਕੋਈ ਸਫ਼ਰ ਨਹੀਂ ਕਰਦਾ ਉਦੋਂ ਜਾਣਨਾ ਚਾਹੁੰਦਾ ਸ਼ਾਇਦ ਜਿਵੇਂ 2 + 2 4 ਇੱਕ ਕਹਾਣੀ ਇਸ ਤਰ੍ਹਾਂ ਦੀ ਹੋਏਗੀ। ਨਹੀਂ, ਇੱਕ ਤਾਂ ਸਾਡੇ ਆਪੋ ਆਪਣੇ ਮਨ ਨੂੰ ਲੱਗੀ ਕੋਈ ਮੈਲ, ਉਹਦਾ ਉਹ ਸੁਭਾਅ ਵੱਖਰਾ ਹੈ। ਹਰ ਕਿਸੇ ਦੀ ਮੈਲ ਵੱਧ ਘੱਟ, ਹਰ ਕਿਸੇ ਦੇ ਹਾਲਾਤ ਬਾਹਰਲੇ ਵੱਖਰੇ, ਹਰ ਕਿਸੇ ਦੇ ਕਿੰਨੇ ਪੁੰਨ ਕੀਤੇ ਹੋਏ ਪਿਛਲੇ। ਇਹ ਸਾਰਾ ਕੁਝ ਬਹੁਤ ਲੰਬੀ ਚੌੜੀ ਕਹਾਣੀ। ਜੇ ਸਾਰਿਆਂ ਲਈ ਬਹੁਤ ਸੌਖਾ ਹੁੰਦਾ ਤੇ 1430 ਪੰਨਿਆਂ ਵਿੱਚ ਰੱਬੀ ਉਪਦੇਸ਼ ਨਹੀਂ, 1-2 ਸ਼ਬਦ ਹੀ ਬਹੁਤ ਸੀ। ਗੱਲ ਤੇ ਉਹੀ ਹੋ ਰਹੀ ਹੈ, ਪਰ ਉਹਨੂੰ ਵੱਖ-ਵੱਖ ਢੰਗ ਨਾਲ ਸਤਿਗੁਰਾਂ ਨੇ ਮਿਹਰ ਕਰਕੇ ਦਿਖਾਇਆ ਵੀ ਅੰਦਰ ਦੀ ਤਬਦੀਲੀ। ਮਸਤਕ 'ਤੇ ਵੀ ਧਿਆਨ ਧਰਿਆ ਜਾਂਦਾ ਹੈ, ਨੱਕ 'ਤੇ ਵੀ ਪਿਆਰਿਓ, ਗਲੇ 'ਤੇ ਵੀ, ਹਿਰਦੇ 'ਤੇ ਵੀ, ਧੁਨੀ 'ਤੇ ਵੀ ਧਿਆਨ ਧਰਿਆ ਜਾਂਦਾ ਹੈ। ਦਸਮ ਦੁਆਰ ਸੀਸ ਵਿੱਚ ਵੀ ਧਿਆਨ ਧਰਿਆ ਜਾਂਦਾ ਹੈ। ਪਿਆਰ ਵਾਲੇ ਹੱਥਾਂ ਨੂੰ ਉੱਪਰ ਕਰਕੇ ਹੱਥਾਂ ਦੀਆਂ ਤਲੀਆਂ 'ਤੇ ਪਰਮਾਤਮਾ ਨੂੰ ਮਹਿਸੂਸ ਕਰਨਾ। ਖੈਰ, ਇਹ ਤਾਂ ਜਦੋਂ ਕੋਈ ਗੁਰਮੁਖ ਪਿਆਰੇ ਪ੍ਰੈਕਟੀਕਲ ਜੋ ਕਰਦੇ ਨੇ, ਉਹ ਗੁਰਮੁਖਾਂ ਦੀ ਸੰਗਤ, ਸਤਿਗੁਰਾਂ ਦੀ ਮਿਹਰ ਨਾਲ ਇਹ ਚੀਜ਼ਾਂ ਪਤਾ ਲੱਗਦੀਆਂ ਤੇ ਉਹਨਾਂ ਦਾ ਅਭਿਆਸ ਕਰਨਾ ਚਾਹੀਦਾ। ਮੈਂ ਬੇਨਤੀ ਕਰ ਰਿਹਾ ਸਾਂ, ਔਖਾ ਕਿਉਂ ਹੈ? ਧਿਆਨ ਤੇ ਧਰਨਾ ਗੁਰੂ ਸ਼ਬਦ ਦਾ ਧਰਨਾ ਵੀ ਆਪਣੇ ਸਰੀਰ ਦੇ ਅੰਦਰ ਹੈ। ਪਰ ਇਹ ਜਦੋਂ ਧਿਆਨ ਧਰਦੇ ਹਾਂ ਤੇ ਕੌਣ ਸਾਨੂੰ ਰੋਕਦਾ, ਕੌਣ ਨਹੀਂ ਧਿਆਨ ਧਰਨ ਦਿੰਦਾ? ਸਾਡਾ ਆਪਣਾ ਮਨ ਫੁਰਨੇ ਪਾਈ ਜਾਂਦਾ ਹੈ, ਖਿਆਲ ਪਾਈ ਜਾ ਰਿਹਾ। ਲਗਾਤਾਰ ਆਪਾਂ ਗੁਟਕਾ ਪਕੜਿਆ ਇੱਥੇ
ਤੇ ਧਿਆਨ ਮਨ ਖਿੱਚ ਕੇ ਖੁਰੇ ਕਿੱਥੇ ਲੈ ਗਿਆ। ਆਪਾਂ ਗੁਰਦੁਆਰਾ ਸਾਹਿਬ ਗਏ, ਮਨ ਨੇ ਉੱਥੋਂ ਵੀ ਪੁੱਟਿਆ, ਘਰ ਲੈ ਗਿਆ, ਘਰ ਆਏ ਤੇ ਕਿਧਰੇ ਬਾਹਰ ਲੈ ਗਿਆ। ਕੋਈ ਜਗ੍ਹਾ ਇਹੋ ਜਿਹੀ ਨਹੀਂ ਜਿੱਥੇ ਆਪਾਂ ਸਰੀਰ ਕਰਕੇ ਪਹੁੰਚੀਏ ਇਹ ਮਨ ਵੀ ਉੱਥੇ ਹੀ ਸਾਨੂੰ ਰਹਿਣ ਦੇਵੇ। ਇਹਨੇ ਗੈਰ ਹਾਜ਼ਰ ਕਰਨਾ ਜਿੱਥੇ ਅਸੀਂ ਹਾਂ, ਇਹਨੇ ਦੂਜੀ ਜਗ੍ਹਾ 'ਤੇ ਲੈ ਕੇ ਜਾਣਾ। ਤਾਂ ਹੀ ਸਤਿਗੁਰੂ ਜੀ ਗੁਰਬਾਣੀ ਵਿੱਚ ਕਿਰਪਾ ਕਰਕੇ ਸਮਝਾਉਂਦੇ ਨੇ। ਇੱਕ ਸ਼ਬਦ ਹੈ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦਾ। ਹਜ਼ੂਰ ਕਹਿੰਦੇ ਮੇਰੇ ਮਨ ਪਰਦੇਸੇ ਵੇ ਪਿਆਰੇ ਆਹੋ ਕਰੇ, ਹਰ ਗੁਰੂ ਮਿਲਾਓ ਮੇਰੇ ਪਿਆਰੇ, ਘਰ ਵਸੈ ਖਰੇ। ਮਨ ਪ੍ਰਦੇਸ਼ਾਂ 'ਚ, ਪ੍ਰਦੇਸ਼ ਕੀਏ ਇਹ ਸਰੀਰ ਨੂੰ ਛੱਡ ਕੇ ਜਦੋਂ ਕਿਸੇ ਹੋਰ ਜਗ੍ਹਾ 'ਤੇ ਮਨ ਚਲਾ ਗਿਆ, ਭਾਵੇਂ ਨਾਲ ਹੀ ਬਾਹਰ ਪਈ ਚੀਜ਼ 'ਤੇ ਜਾਵੇ, ਪ੍ਰਦੇਸ਼ ਹੈ। ਦੇਸ਼ ਸਾਡੇ ਅੰਦਰ ਆਪਣੇ ਰਹਿਣਾ, ਪ੍ਰਦੇਸ਼ ਇਸ ਨੂੰ ਛੱਡ ਕੇ ਬਾਹਰ ਚਲੇ ਜਾਣ। ਇਸ ਨੂੰ ਆਪਣੇ ਅੰਦਰ ਲਿਆਉਣ ਲਈ ਜਦੋਂ ਕੋਈ ਸੱਚਮੁੱਚ ਤੁਰਦਾ ਏ ਉਸ ਦਿਨ ਪਤਾ ਲੱਗਦਾ ਹੈ ਵੀ ਨਾਮ ਜਪਣਾ ਔਖਾ ਕਿਤਨਾ ਹੈ। ਵਾਹਿਗੁਰੂ ਕਹਿਣਾ ਸੌਖਾ ਏ, ਪਰ ਵਾਹਿਗੁਰੂ ਸ਼ਬਦ ਕਹਿ ਕੇ ਉਹਦੇ ਕੋਲ ਧਿਆਨ ਵੀ ਰਵੇ, ਇਹ ਔਖੀ ਖੇਡ ਹੈ। ਫਿਰ ਗੁਰੂ ਕੇ ਪਿਆਰਿਓ ਵਾਹਿਗੁਰੂ ਸ਼ਬਦ ਕਹਿਣ ਦੇ ਨਾਲ ਨਾਲ ਮਨ ਪਤਾ ਨਹੀਂ ਕਿੱਧਰ ਕਿੱਧਰ ਲੈ ਕੇ ਤੁਰਿਆ ਜਾ ਰਿਹਾ। ਭਗਤ ਕਬੀਰ ਸਾਹਿਬ ਜੀ ਨੇ ਸਾਧ ਸੰਗਤ ਬਿਲਾਵਲ ਰਾਗ ਅੰਦਰ ਇੱਕ ਬਚਨ ਕੀਤਾ ਹੈ। ਕਹਿੰਦੇ ਜਦੋਂ ਸੱਚਮੁੱਚ ਮੈਂ ਤੁਰਿਆ, ਤੁਰਨ ਉਹ ਤਾਂ ਪਾਰ ਹੋ ਗਏ, ਸਮਝਾਉਣਾ ਤੇ ਸਾਨੂੰ ਸਭਨਾਂ ਨੂੰ ਹੈ। ਕਿਸੇ ਨੇ ਕਿਹਾ ਭਈ ਦੇਖੋ ਮੈਂ ਛੁੱਟਣਾ ਚਾਹੁੰਦਾ ਵਾਂ, ਪੁੱਛਿਆ ਜਿਹੜੇ ਛੁੱਟ ਚੁੱਕੇ ਸੀ ਉਹਨਾਂ ਤੋਂ ਬੇਨਤੀ ਕੀਤੀ ਗੁਰਮੁਖੋ ਮੈਨੂੰ ਦੱਸੋ ਕਿਉਂ ਛੁੱਟੋ, ਕੈਸੇ ਤਰੋਂ ਭਵਜਲ ਨਿਦ ਪਾਰੀ, ਕੋਈ ਤਰੀਕਾ ਦੱਸੋ ਮੈਨੂੰ, ਆ ਮਨ ਮੇਰਾ ਖਹਿੜੇ ਨਹੀਂ ਛੱਡਦਾ, ਇਸ ਨੂੰ ਮੈਂ ਕਈ ਤਰੀਕੇ ਅਪਣਾ ਕੇ ਵੇਖ ਲੈ, ਨਹੀਂ ਛੱਡਦਾ ਨਹੀਂ, ਬਹੁਤ ਔਖਾ ਕਰਦਾ ਏ। ਰਸ ਵੀ ਬਣਦਾ ਪਰ ਫਿਰ ਵੀ ਫੁਰਨੇ ਪਾਈ ਜਾਂਦਾ, ਮੈਂ ਇਹਦੇ ਤੋਂ ਕਿਵੇਂ ਛੁੱਟਾਂ। ਹੁਣ ਮਨ ਤੋਂ ਪਿਆਰਿਓ ਭੈਣ ਭਰਾ ਨਹੀਂ ਛੁਡਾ ਸਕਦੇ, ਲੱਖਾਂ ਫੌਜਾਂ ਛੂਟਤ ਨਹੀਂ, ਕੋਟ ਲੱਖ ਬਾਹੀ, ਕਰੋੜਾਂ ਲੱਖਾਂ ਬਾਹਾਂ ਆਦਮੀ ਤੁਹਾਡੇ ਨਾਲ ਨੇ, ਤੁਹਾਨੂੰ ਮਨ ਤੋਂ ਨਹੀਂ ਛੁਡਾ ਸਕਦੇ। ਇਹਦੇ ਤੋਂ ਤੇ ਕੇਵਲ ਸਤਿਗੁਰੂ ਦੀ ਮਿਹਰ ਛੁਡਾਏਗੀ। ਬੰਦਾ ਪਹਿਲਾਂ ਜੋ ਜੋ ਸਤਿਗੁਰੂ ਜੀ ਕਹਿੰਦੇ ਨੇ ਸੰਜਮ ਕਰਨਾ ਉਹ ਕਰਨਾ ਪਏਗਾ, ਜਿਹੜਾ ਸੇਵਾ ਸਿਮਰਨ ਕਹਿੰਦੇ ਨੇ ਕਰਨ ਨੂੰ ਕਰਨਾ ਪਏਗਾ। ਕਰਨ ਤੋਂ ਬਾਅਦ ਕੋਈ ਸੋਚੇ ਮੈਂ ਛੁੱਟ ਜਾਂਗਾ, ਨਹੀਂ, ਇਹ ਕਰਕੇ ਡਿੱਗ ਕੇ ਅਰਦਾਸ ਕਰਨੀ ਪੈਂਦੀ, ਗੁਰ ਪ੍ਰਸਾਦ ਵਰਤਦਾ, ਫਿਰ ਇਹ ਖੇਲ ਵਿੱਚ ਕੋਈ ਜਿੱਤਦਾ ਹੈ, ਨਹੀਂ ਤੇ ਇਹ ਮਨ ਜਿੱਤਣ ਨਹੀਂ ਦਿੰਦਾ। ਖੇਡ ਸਾਡੀ ਤੇ ਸਾਡੇ ਮਨ ਦੀ ਹੈ, ਇਹ ਖੇਡ ਸਾਡੇ ਕਿਉਂਕਿ ਅੰਦਰ ਬੈਠਾ ਪ੍ਰਮਾਤਮਾ, ਰਸਤੇ ਵਿੱਚ ਇਹਨੇ ਕੰਧ ਪਾਈ ਹੋਈ ਮਨ ਨੇ। ਇਹਨੂੰ ਕੂੜ ਦੀ ਪਾਲ ਵੀ ਕਿਹਾ ਜਾਂਦਾ, ਇਹਨੂੰ ਕੰਧ ਕਿਹਾ ਜਾਂਦਾ। ਅਸੀਂ ਪਰਲੇ ਪਾਸੇ ਪ੍ਰੀਤਮ ਦੇ ਕੋਲ ਜਾਣਾ, ਇਹ ਆਪਣੇ ਮਨ ਨਹੀਂ ਜਾਣ ਦਿੰਦਾ। ਤਾਂ ਹੀ ਜਪਜੀ ਸਾਹਿਬ ਵਿੱਚ ਬਚਨ ਨੇ, ਮਨ ਨੂੰ ਜਿੱਤ ਲੋਗੇ ਤੇ ਸਾਰੇ ਜਗਤ ਨੂੰ ਜਿੱਤ ਲਿਆ ਤੁਸੀਂ। ਇੰਨਾ ਔਖਾ ਏ ਮਨ ਜੀਤੈ ਜਗ ਜੀਤ। ਬੇਨਤੀ ਕਰਿਆ ਸੀ ਖੇਡ ਔਖੀ ਕਿਉਂ ਹੈ। ਭਗਤ ਕਬੀਰ ਸਾਹਿਬ ਜੀ ਦਾ ਬਚਨ ਏ, ਜਦੋਂ ਬੰਦਾ ਅੰਦਰ ਜਾਂਦਾ, ਜ਼ੋਰ ਲਾਉਂਦਾ, ਦਿਨ ਰਾਤ ਅਭਿਆਸ ਕਰਦਾ, ਉਹਦੇ ਅੰਦਰੋਂ ਅਰਦਾਸ ਨਿਕਲਦੀ ਤੇ ਕਹਿੰਦਾ ਹੈ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ, ਸ਼ਰਨ ਤੁਮਾਰੀ ਜਨ ਸ਼ਰਨ ਤੁਮਾਰੀ, ਰਾਖ ਸਦਾ ਪ੍ਰਭ ਆਪਣੇ ਸਾਧ। ਰੱਖ ਲੈ ਮੈਨੂੰ ਆਪਣੇ ਕੋਲ, ਕਿਉਂ ਇਹ ਮਨ ਨਹੀਂ ਰਹਿਣ ਦਿੰਦਾ। ਕਿਸੇ ਨੇ ਦੱਸਿਆ ਵੀ ਘਰ ਛੱਡੀਏ ਜੇ ਮੈਨੂੰ ਪਰਵਾਹ ਨਹੀਂ, ਜਦੋਂ ਕੋਈ ਇੱਧਰ ਤੁਰਿਆ ਨਹੀਂ ਨਾ ਉਹਨੂੰ ਸੌਖਾ ਲੱਗਦਾ, ਜਦੋਂ ਤੁਰ ਪਿਆ ਉਦੋਂ ਵੱਡੀ ਤੋਂ ਵੱਡੀ ਕੀਮਤ ਵੀ ਤਾਰਨ ਨੂੰ ਤਿਆਰ ਹੋਵਾਂਗੇ। ਸਤ ਸੰਗਿਓ ਕਹਿੰਦੇ ਘਰ ਛੱਡ ਦਿਓ, ਸਤ ਬਚਨ, ਜੰਗਲ ਵਿੱਚ ਇਕਾਂਤ ਵਿੱਚ ਬੈਠੋ, ਚਲੇ ਗਏ। ਪਰ ਉੱਥੇ ਕਿਸੇ ਨੇ ਕਿਹਾ ਰੁੱਖਾ ਮਿੱਸਾ ਭੋਜਨ ਖਾਓ, 36 ਪ੍ਰਕਾਰ ਦੇ ਛੱਡੋ, ਸ਼ਾਇਦ ਇਹ ਤਾਂ ਹੀ ਤੁਹਾਡਾ ਖਹਿੜਾ ਛੁੱਟੇਗਾ।
ਕਹਿੰਦੇ ਅਸੀਂ ਕੀਤਾ ਗ੍ਰਹਿ ਤਜ, ਬਨ ਖੰਡ ਜਾਈਏ ਚੁਨ ਖਾਈਏ ਕੰਦਾ। ਬੜੇ ਬੜੇ ਵਿਚਾਰੇ ਤਪਸਵੀ ਲੋਕਾਂ ਨੇ ਇਹ ਸਾਰਾ ਕੁਝ ਕਰਕੇ ਵੇਖਿਆ ਮਨ ਤੋਂ ਛੁੱਟਣ ਲਈ, ਪਰ ਅਜੋਂ ਬੇਕਾਰ ਨਾ ਛੋੜੇ ਪਾਪੀ। ਮਨ ਮੰਦਾ ਅਜੇ ਵੀ ਛੱਡਦਾ ਨਹੀਂ, ਔਖੀ ਖੇਡ ਨਾ ਕੋਈ ਤੇ ਖੋਰ ਕੀ ਕੋਈ। ਸਤ ਸੰਗਿਓ ਵਿਚਾਰਨਾ। ਗਰੀਬ ਨਵਾਜ ਪਿਤਾ ਜੀ ਕਹਿੰਦੇ ਬਿਖੈ ਬਿਖੈ ਕੀ ਬਾਸਨਾ, ਤਜੀ ਨ ਜਾਈ ਅਨਕ ਜਤਨ ਕਰ ਰਾਖੀਐ, ਫਿਰ ਲਪਟਾਈ। ਇਹ ਜਿਹੜੇ 5 ਵਿਸ਼ੇ ਵਿਕਾਰ ਨੇ, ਕਦੇ ਕਿਹੜਾ ਹਮਲਾ ਕਰ ਦਿੰਦਾ, ਕਦੇ ਕਿਹੜਾ ਇੱਕ ਤੋਂ ਬਚਦਾ, ਦੂਸਰਾ ਫੁਰਨਾ ਬਣਾ ਕੇ ਅੰਦਰ ਆ ਖਲੋਂਦਾ। ਅਨੇਕਾਂ ਯਤਨ ਕਰਕੇ ਛੁੱਟਦੇ ਆ, ਫਿਰ ਚੰਬੜ ਜਾਂਦੇ ਕਣ। ਕੀ ਕਰੀਏ, ਬਹੁਤ ਮੁਸ਼ਕਲ ਏ। ਜਰਾ ਜੀਵਨ ਜੋ ਬਣ ਗਿਆ। ਕਹਿਣ ਲੱਗੇ ਜਵਾਨੀ ਚਲੀ ਗਈ, ਬੁਢੇਪਾ ਆ ਗਿਆ, ਹੁਣ ਉਹ ਵੀ ਜਾ ਰਿਹਾ ਹੈ। ਕਿਛ ਕੀਆ ਨ ਨੀਕਾ, ਇਹ ਜੀਰਾ ਨਿਰਮੋਲ ਕੋ ਕੌਡੀ ਲਗ ਮੀਕਾ। ਕਹਿਣ ਲੱਗੇ ਭਈ ਅਜੇ ਤੱਕ ਮੈਂ ਕੁਛ ਵੀ ਚੰਗਾ ਕੰਮ ਨਹੀਂ ਕੀਤਾ, ਮਤਲਬ ਅੰਦਰ ਅਜੇ ਸਾਈਂ ਕੋਲ ਬੈਠਣ ਦੀ ਜਾਚ ਹੀ ਨਹੀਂ ਆਈ। ਕੀ ਕਰਾਂ, ਇਹ ਜ਼ਿੰਦਗੀ ਬੜੀ ਕੀਮਤੀ ਸੀ, ਕੌਡੀਆਂ ਦੇ ਭਾਅ ਜਾ ਰਹੀ ਏ। ਫਿਰ ਅੰਦਰੋਂ ਅਰਦਾਸ, ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ। ਇਹ ਸਾਰਿਆਂ ਵਿੱਚ ਵਸਣ ਵਾਲਿਆ, ਮੇਰੀ ਤੇਰੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਹੈ ਮੇਰੇ ਮਾਲਕ। ਤੁਮ ਸੰਸਰ ਨਾਈ ਦਿਆਲ, ਮੋਏ ਸੰਸਰ ਪਾਪੀ। ਜੀ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਮੇਰੇ ਵਰਗਾ ਪਾਪੀ ਕੋਈ ਨਹੀਂ। ਮਾਨ ਟੁੱਟਦੇ ਹੀ ਉਦੋਂ ਹੀ ਜਦੋਂ ਅੰਦਰ ਜਾਈਏ ਤੇ ਆਪਣੀ ਗੰਦੀ ਤਸਵੀਰ ਆਪ ਨੂੰ ਨਜ਼ਰ ਆਉਂਦੀ ਵੀ ਮੇਰੇ ਅੰਦਰ ਕਿਤਨੇ ਵਿਸ਼ੇ ਵਿਕਾਰ ਨੇ। ਬੰਦਾ ਉਹਦੇ ਤੋਂ ਛੁੱਟਣਾ ਚਾਹੁੰਦਾ, ਬਚਣਾ, ਰੋਂਦਾ ਏ, ਕੁਰਲਾਉਂਦਾ, ਪੁੱਪਾ ਮਾਰਦਾ ਏ, ਭਈ ਮੈਨੂੰ ਛੁਡਾਓ, ਕੌਣ ਛੁਡਾਵੇ। ਅਰਦਾਸਾਂ ਸਤਿਗੁਰੂ ਜੀ ਤਰਸ ਕਰਨ ਤੇ ਇੱਕ ਛਿਨ ਦੇ ਅੰਦਰ ਛੁਡਾ ਦੇਣ, ਪਰ ਇਹ ਮਿਹਨਤ ਕਰਵਾ ਕੇ ਇੰਨੀ ਜਿਹੜੀ ਮੈਲ ਲਾਈ, ਇਹ ਗੁਰੂ ਕੇ ਪਿਆਰੇ ਧੋਣੀ ਪੈਂਦੀ। ਕੋਈ ਚਾਹਵੇ ਨਾ ਇਸ ਤੋਂ ਵੱਖਰਾ ਕੋਈ ਤਰੀਕਾ, ਉਹ ਰੱਬ ਨੇ ਬਣਾਇਆ ਹੀ ਨਹੀਂ। ਤਰੀਕਾ ਇੱਕੋ ਹੀ ਹੈ। ਜਿੰਨਾ ਕੋਈ ਛੇਤੀ ਜਪ ਕੇ ਡਿੱਗ ਪਵੇ, ਓਨੀ ਛੇਤੀ ਉਹਦੇ 'ਤੇ ਕਿਰਪਾ। ਮੈਂ ਗੱਲ ਕਰ ਰਿਹਾ ਸਾਂ, ਖੇਡ ਔਖੀ ਕਿਉਂ ਹੋਏ? ਬਹੁਤ ਔਖੀ ਜਦੋਂ ਭਾਈ ਸਾਹਿਬ ਭਾਈ ਕਨਈਆ ਜੀ ਨੂੰ ਪਿਆਰਿਓ ਲਾਗ ਲੱਗੇ, ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਸੇਵਕ ਭਾਈ ਨਨੂਆ ਜੀ ਤੋਂ ਲੱਗੀ ਸੀ। ਉਹਨਾਂ ਦੇ ਅੰਦਰ ਸਾਈਂ ਨੂੰ ਮਿਲਣ ਦੀ ਚਾਹ। ਇਹ ਸਾਰੀਆਂ ਕੁਝ ਚੀਜ਼ਾਂ ਜੇ ਸਾਈਂ ਨੂੰ ਮਿਲਣਾ ਖੇਡ ਔਖੀ, ਮਨ ਤੋਂ ਛੁੱਟਣਾ, ਮਨ ਤੋਂ ਪਰੇ ਹੈ ਹੀ ਪਰਮਾਤਮਾ ਦਾ ਘਰ, ਨਿਰਵਾਣ ਪਦ, ਆਪੇ ਦੀ ਪਛਾਣ। ਸਾਰਾ ਕੁਝ ਦਾ ਅਰਥ ਇੱਕੋ ਹੀ ਹੈ, ਆਪੇ ਦੀ ਪਛਾਣ। ਆਪਾ ਸਾਡਾ ਮੂਲ ਪਰਮਾਤਮਾ ਦੇ ਅੰਸਾਂ। ਜਦੋਂ ਆਪਾ ਪਛਾਣਿਆ ਤੇ ਉਹਨੂੰ ਪਛਾਣ ਲਿਆ। ਜਦੋਂ ਉਹ ਤੁਰਿਆ, ਉਹਨੇ ਸੰਗਤ ਕੀਤੀ ਕੋਈ ਸਾਧੂਆਂ ਦੀ, ਪਰ ਗੱਲ ਨਹੀਂ ਬਣਦੀ। ਬਹੁਤ ਕੁਝ ਪਾ ਲਿਆ ਏ, ਪਰ ਜਿਹੜੀ ਚੀਜ਼ ਨੂੰ ਉਹ ਲੱਭਦਾ ਅੰਦਰੋਂ ਅਜੇ ਲੱਭਦੀ ਨਹੀਂ। ਅਜੇ ਅੰਦਰ ਖਿਆਲ ਨੇ, ਫੁਰਨੇ ਨੇ, ਬਹੁਤ ਕੁਝ। ਗੁਰੂ ਕੇ ਪਿਆਰਿਓ, ਉਹਨਾਂ ਨੇ ਇੱਕ ਵਾਰ ਐਸਾ ਕੀਤਾ, ਛੜਾ ਕੇ ਇੱਕ ਦਰਿਆ ਦੇ ਕੰਢੇ ਜਾ ਕੇ ਬਹਿ ਗਏ। ਕਹਿਣ ਲੱਗੇ ਪਰਮਾਤਮਾ ਮੈਨੂੰ ਨਹੀਂ ਪਤਾ ਹੁਣ, ਮੈਂ ਹੁਣ ਨਾ ਕੁਝ ਖਾਣਾ ਪੀਣਾ, ਨਾ ਕਿਸੇ ਨੂੰ ਮਿਲਣਾ। ਜਾਂ ਤੂੰ ਮਿਲ ਤੇ ਜਾਂ ਫਿਰ ਤੇਰੀ ਯਾਦ ਅੰਦਰ ਮੈਂ ਪ੍ਰਾਣ ਤਿਆਗ ਦਿਆਂਗਾ। ਭੁੱਖੇ ਭਾਣੇ ਬਹਿ ਗਏ, 24 ਦਿਨ ਬੀਤ ਗਏ, 24 ਦਿਨ ਪਿਆਰਿਓ ਸੁੱਕ ਗਏ, ਪਰ ਦਿਨੇ ਰਾਤ ਅਭਿਆਸ ਜਾਰੀ ਹੈ। ਪਿਆਰਿਓ ਉਹਨਾਂ ਦਾ ਜੀਵਨ ਇਤਿਹਾਸ ਲਿਖਣ ਵਾਲੇ ਨੇ ਲਿਖਿਆ, 24 ਦਿਨ ਜਦੋਂ ਗੁਜ਼ਰ ਗਏ, ਅਜੇ ਕੋਈ ਕਹਾਣੀ ਬਣੀ ਨਾ, ਤਾਂ ਹੁਣ ਇੱਕ ਆਵਾਜ਼ ਆਈ। ਆਵਾਜ਼ ਨਿਰੰਕਾਰ ਆਵਾਜ਼ਾਂ ਸਾਰਿਆਂ ਨੂੰ ਦਿੰਦਾ, ਪਰ ਪਛਾਣ ਕਿਸੇ ਵਿਰਲੇ ਨੂੰ ਹੁੰਦੀ ਏ। ਨਿਰੰਕਾਰ ਦੀ ਆਵਾਜ਼ ਮਾਰਨ ਦੇ ਆਪਣੇ ਢੰਗ ਹੁੰਦੇ ਨੇ। ਕਿਸੇ ਨੂੰ ਸੁਪਨੇ ਵਿੱਚ ਕੁਝ ਕਹਿਣਾ, ਕਿਸੇ ਨੂੰ ਉਂਝ ਆਵਾਜ਼ ਦੇਣੀ ਤੇ ਜਾਪਣਾ ਖੁਰੇ। ਇੱਕ ਦੀ ਆਵਾਜ਼ ਅਚਾਨਕ ਆਈ। ਇਹਨੂੰ ਆਵਾਜ਼ ਆਈ, ਭਾਈ ਕਨਈਆ ਤੂੰ ਛਕ ਲੈ ਕੁਛ, ਤੈਨੂੰ ਮਿਲੇਗਾ। ਅਨੰਦਪੁਰ ਸਾਹਿਬ ਚਲਾ ਜਾ,
ਉੱਥੇ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੇ ਉਹਨਾਂ ਦੇ ਚਰਨਾਂ ਵਿੱਚ ਜਾ, ਉਹ ਤੈਨੂੰ ਮਿਲਾਣਗੇ। ਆਵਾਜ਼ ਸੁਣ ਲਈ। ਸਿਆਣੇ ਸਨ, ਕਹਿਣ ਲੱਗੇ ਕੀ ਪਤਾ ਹੈ ਮੇਰੇ ਮਨ ਦੀ ਕੀ ਆਵਾਜ਼ ਹੋਵੇ। ਇਹ ਬਹੁਤ ਔਖੀ ਅਤੇ ਸਮਝਣ ਵਾਲੀ ਗੱਲ ਜੇ। ਆਵਾਜ਼ ਅੰਦਰੋਂ ਆਵੇ, ਕੀ ਪਤਾ ਉਹ ਸਾਡੇ ਮਨ ਸ਼ਰਾਰਤੀ ਦੁਸ਼ਮਣ ਦੀ ਆਵਾਜ਼ ਹੋਵੇ। ਜਾਣਦੇ ਹੋ ਨਾ, ਦੁਸ਼ਮਣ ਕਈ ਤਰੀਕੇ ਅਪਣਾਉਂਦੇ ਨੇ। ਜਦੋਂ ਉਹਨਾਂ ਦਾ ਜ਼ੋਰ ਨਾ ਸਾਹਮਣੇ ਲੜ ਕੇ ਨਾ ਉਹ ਜਿੱਤ ਸਕਣ, ਉਹ ਫਿਰ ਪਾੜਨਾ ਕਈ ਦਾਅ ਪੇਚ ਲਾਉਂਦੇ ਨੇ ਵੱਖਰੇ ਵੱਖਰੇ ਢੰਗ ਨਾਲ, ਤਾਂ ਕਿ ਦੁਸ਼ਮਣ ਨੂੰ ਗੁਲਾਮ ਬਣਾ ਸਕੀਏ। ਅਤੇ ਮਨ ਕੋਲ ਵੀ ਬੜੇ ਤਰੀਕੇ ਨੇ, ਬੜੇ ਤਰੀਕੇ ਤੋੜਨ ਦੇ। ਬੜੇ ਬੜੇ ਪਿਆਰੇ ਇਹ ਰੂਪ ਬਣਾ ਕੇ ਸਾਹਮਣੇ ਪੇਸ਼ ਕਰਦਾ ਹੈ। ਅਤੇ ਬਹੁਤ ਵਾਰੀ ਮਨ ਦੀ ਆਵਾਜ਼ ਖੁੰਦੀ ਏ ਪਿਆਰਿਓ, ਉਹ ਰੱਬ ਦੀ ਆਵਾਜ਼ ਨਹੀਂ ਖੁੰਦੀ। ਤਾਂ ਹੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਇੱਕ ਜਗ੍ਹਾ ਕਹਿੰਦੇ, ਉਹ ਕਹਿੰਦੇ ਨੇ ਮੰਜ਼ਲ ਮਾਈ ਦੀ ਔਖੀ ਘਾਟੀ, ਇੱਥੇ ਬਚਨ ਨੇ ਜਨ ਨਾਨਕ ਇਹ ਖੇਲ ਕਠਨ ਹੈ। ਮੰਜ਼ਲ ਮਾਈ ਦੀ ਔਖੀ ਘਾਟੀ, ਸੰਭਲ ਸੰਭਲ ਪਗ ਧਰਨਾ ਨਾਲੇ ਡਰਨਾ। ਕਹਿੰਦੇ ਖਰਦਮ ਰੱਖੋ ਅਦਬ ਸਾਈਂ ਦਾ, ਤਬ ਕੀ ਨਿਹਚੇ ਤਰਨਾ ਬਹੁਰ ਨਾ ਮਰਨਾ। ਔਖੀ ਘਾਟੀ ਹੈ ਜਿਹਨੂੰ ਭਗਤ ਜੀ ਨੇ ਕਿਹਾ ਨਾ, ਇੱਕ ਅਵਕਟ ਘਾਟੀ ਰਾਮ ਕੇ, ਅਵਕਟ ਔਖੀ ਘਾਟੀ ਤੇ ਚੜ ਰਹੇ ਹੋ ਕਬੀਰ। ਉਹਦੇ ਤੇ ਚੜ ਗਏ ਪਰ ਸੌਖੇ ਨਹੀਂ। ਭਾਈ ਕਨਈਆ ਜੀ ਨੂੰ ਆਵਾਜ਼ ਆਈ ਭਾਈ ਉਹ ਜਾਓ। ਇਹ ਕਹਿਣ ਲੱਗੇ ਕੀ ਪਤਾ ਇਹ ਮੇਰਾ ਸੰਕਲਪ ਪੂਰਾ ਨਹੀਂ ਹੋਣ ਦੇਣਾ ਚਾਹੁੰਦਾ। ਮਨ ਦੀ ਆਵਾਜ਼ ਆਵੇ। ਉਹ ਫਿਰ ਬਹਿ ਗਏ। 7 ਦਿਨ ਫਿਰ ਗੁਜ਼ਰ ਗਏ। 31 ਦਿਨ ਬੈਠੇ ਰਹੇ। ਫਿਰ ਆਵਾਜ਼ ਆਈ ਭਾਈ ਕਨਈਆ ਤੇਰੇ ਮਨ ਦੀ ਨਹੀਂ, ਇਹ ਪਰਮੇਸ਼ਰ ਦੀ ਆਵਾਜ਼ ਏ। ਉੱਠ ਖਲੋ, ਸ਼ੱਕ ਕੁਝ ਪਹੁੰਚ ਜਾ, ਤੈਨੂੰ ਰਾਹ ਦੱਸਦੇ ਹਾਂ ਵੀ ਕਿੱਧਰ ਅਨੰਦਪੁਰ ਸਾਹਿਬ ਅਸੀਂ ਆਪ ਤੋਰਾਂਗੇ। ਜਦੋਂ ਕੋਈ ਸੱਚਮੁੱਚ ਸਿਦਕ ਨਾਲ ਤੁਰਦਾ, ਉਹਦੀ ਅਗਵਾਈ ਸਤਿਗੁਰੂ ਪਰਮੇਸ਼ਰ ਆਪ ਕਰਦੇ ਨੇ। ਅਸੀਂ ਚਾਹੁੰਦੇ ਹਾਂ ਕਦਮ ਤੁਰੀਏ ਵੀ ਨਾ, ਅਗਵਾਈ ਵੀ ਸਤਿਗੁਰੂ ਸਿੱਧੀ ਕਰਨ ਨਹੀਂ। ਜਿਹੜੀਆਂ ਸੰਗਤਾਂ ਇਮਾਨ ਨਾਲ ਕਹਿੰਦੀਆਂ ਨੇ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਮੰਨਦੇ ਹਾਂ, ਪਿਆਰਿਓ ਜ਼ਰੂਰ ਇਸ ਭਾਵਨਾ ਦੇ ਵਿੱਚੋਂ ਇਹ ਚੀਜ਼ ਪੈਦਾ ਕਰੀਏ, ਅਭਿਆਸ ਕਰੀਏ, ਫਿਰ ਪਤਾ ਲੱਗੇਗਾ ਵੀ ਸਤਿਗੁਰੂ ਨੂੰ ਮੰਨਣਾ ਕਿ ਮੰਨ ਕੇ ਕਿਵੇਂ ਸਤਿਗੁਰੂ ਅਗਵਾਈ ਕਰਦੇ ਨਾਲ ਨਾਲ ਖੋ ਕੇ, ਕਿਵੇਂ ਵਿਧੀਆਂ ਬਣਾਉਂਦੇ ਆਪਣੇ ਚਰਨਾਂ ਦੇ ਨੇੜੇ ਲਿਆ ਕੇ। ਅਤੇ ਜੇ ਅਭਿਆਸ ਤੋਂ ਬਗੈਰ ਹੀ ਕਵਾਂਗੇ ਜੀਵਨ ਬਦਲਣਾ ਨਹੀਂ, ਮਿਲਣਾ ਕੱਖ ਨਹੀਂ। ਕਹਿਣ ਨਾਲ ਨਹੀਂ ਮਿਲਣਾ, ਕਰਨ ਨਾਲ ਕੁਛ ਮਿਲੇਗਾ। ਕੇਵਲ ਸੋਚਣ ਨਾਲ ਨਹੀਂ, ਤੁਰਨਾ ਹੁੰਦਾ ਇਸ ਰਾਹ 'ਤੇ। ਭਾਈ ਕਨਈਆ ਜੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਗਏ ਨੇ, ਉਹਦੇ ਤੋਂ ਪਹਿਲਾਂ ਰੰਗੇ ਪਏ ਨੇ ਇਹਨਾਂ ਸਦਕ 'ਤੇ ਖਿੱਚੇ। ਤਦੇ ਜਾਂਦਿਆਂ ਸਾਰ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਵੀ ਜੀ ਆਇਆ ਨਹੀਂ ਕਿਹਾ। ਬਿਲਕੁਲ ਨਹੀਂ। ਔਖੀ ਖੇਡ ਏ। ਅੰਦਰੋਂ ਪੂਰੀ ਕੌਮੇ ਨੂੰ ਮਾਰਨਾ ਖੁੰਦਾ ਈ। ਜਾਂਦਿਆਂ ਸਾਰ ਹੀ ਦੂਰੋਂ ਹੀ ਬਚਨ ਕੀਤਾ, ਪਾਣੀ ਲਿਆਓ ਅਤੇ ਪਾਣੀ ਦੀ ਸੇਵਾ ਕਰੋ। ਬਸ ਕੋਈ ਉਪਦੇਸ਼ ਨਹੀਂ ਵੀ ਇਸ ਤਰ੍ਹਾਂ ਅੰਦਰ ਟਿਕਾਣਾ ਕੀ ਕਰਨਾ। ਪਾਣੀ ਦੇ ਘੜੇ ਲਿਆਈ ਜਾਂਦੇ ਹਨ, ਜਿੱਥੇ ਲੋੜ ਹੈ ਕਦੇ ਲੰਗਰ 'ਚ ਪਾਤਾ, ਕਦੇ ਛਿੜਕ ਦਿੱਤਾ, ਕਦੇ ਇਸ਼ਨਾਨ, ਕਿਉਂਕਿ ਗੁਰੂ ਦਾ ਹੁਕਮ ਹੈ ਜਲ ਲਿਆਓ ਸੰਗਤਾਂ ਲਈ। ਇਹ ਪੁੱਛਿਆ ਹੀ ਨਹੀਂ ਅੱਗੋਂ ਵੀ ਜਲ ਕਿੰਨਾ ਕੁ ਲਿਆਉਣਾ ਅਤੇ ਕਿੰਨਾ ਸਮਾਂ ਲਿਆਉਣਾ। ਕਹਿੰਦੇ ਨੇ 2-3 ਮਹੀਨੇ ਗੁਜ਼ਰ ਗਏ। ਜਦੋਂ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਵੇਖਿਆ ਮਨ ਖੁਣਕ ਹੈ ਹੀ ਨਹੀਂ। ਮਨ ਨੇ ਹੀ ਸਵਾਲ ਕਰਨਾ ਸੀ ਨਾ ਵੀ ਇੰਨੀ ਦੂਰ ਆਇਆ ਵੀ ਅਤੇ ਅੱਗੋਂ ਕੁਛ ਮੈਨੂੰ ਦੇਖੋ ਚੰਗੀ ਤਰ੍ਹਾਂ ਸਤਿਕਾਰ ਵੀ ਨਹੀਂ, ਜਾਚ ਕੋਈ ਦੱਸੀ ਨਹੀਂ ਅਤੇ ਸੇਵਾ ਚਲਾ ਦਿੱਤਾ ਹੈ। ਹਮਾਜੂ ਇਸੇ ਕਰਕੇ ਔਖਾ ਹੋ ਗਿਆ ਨਾ। ਆਇਆ ਤੇ ਸ਼ਰਨ ਸੀ ਗੁਰੂ ਅੰਗਦ ਸਾਹਿਬ ਦੀ, ਭਾਲਦਾ ਸੀ ਮੇਰਾ ਸਤਿਕਾਰ ਵੀ ਕਰਨ। ਪਹਿਲਾਂ ਜਦੋਂ ਨਹੀਂ ਕੀਤਾ ਤਲਵਾਰ ਨੂੰ ਖੱਤ ਪਾ ਬੈਠਾ ਸੀ। ਤਾਂ ਹੀ ਨਾਵੇਂ ਸਤਿਗੁਰੂ ਕਹਿੰਦੇ ਮਨ ਕਾ ਮਾਨ ਤਿਆਗੋ। ਇਹਨੇ ਮਾਨ ਤਿਆਗਿਆ ਸੀ। ਕੋਈ ਸਵਾਲ ਨਹੀਂ, ਕੋਈ ਸ਼ੰਕਾ ਨਹੀਂ। ਜਦੋਂ ਦਿਨ ਰਾਤ ਇੱਕ ਕੀਤਾ ਗੁਰੂ ਕੇ ਪਿਆਰਿਓ, ਸਰੀਰ ਵੀ ਬਹੁਤ ਕਮਜ਼ੋਰ ਹੋ ਗਿਆ। ਹੁਣ ਸਤਿਗੁਰੂ ਨੇ ਇੱਕ ਦ੍ਰਿਸ਼ਟੀ ਪਾਈ, ਕਪਾਟ ਖੋਲ੍ਹ ਦਿੱਤੇ। ਕਹਿਣ ਲੱਗੇ ਜਾ ਤੈਨੂੰ ਵੀ ਮਿਲਿਆ ਅਤੇ ਹੁਣ ਤੋਂ ਲੋਕਾਈ ਨੂੰ ਪ੍ਰਭੂ ਦਾ ਮੇਲ ਕਰਾਏਗਾ। ਮੇਲ ਕਰਾਉਣ ਵਾਲਾ ਬਣਾ ਦਿੱਤਾ। ਪਰ ਉਹਦੇ ਤੋਂ ਪਹਿਲਾਂ
ਪਿਆਰਿਓ ਔਖੇ ਖੋਣਾ ਪੈਂਦਾ, ਖੇਡ ਔਖੀ ਏ। ਅਸੀਂ ਚਾਹੁੰਦੇ ਹਾਂ ਔਖੇ ਵੀ ਨਾ ਹੋਈਏ। ਅਸੀਂ ਤਾਂ ਸਵੇਰੇ ਉੱਠਣ ਨੂੰ ਹੀ ਬਹੁਤ ਔਖਾ ਬਣਾ ਲੈਂਦੇ ਹਾਂ। ਸੰਗਤ 'ਚ ਨੇਤਰ ਬੰਦ ਕਰਕੇ ਘੰਟਾ ਦਾ ਬੈਠਣਾ ਹੋਵੇ ਉਹ ਵੀ ਸਾਨੂੰ ਔਖਾ ਲੱਗਦਾ ਹੈ। ਅੱਖਾਂ ਖੁੱਲ੍ਹੀ ਰੱਖਦੇ ਹਾਂ ਤਾਂ ਕਿ ਜਿਹੜਾ ਕੋਈ ਸੰਗਤ 'ਚ ਆਇਆ ਗਿਆ ਉਹਨੂੰ ਆਵਾਜ਼ ਕਰੀ ਜਾਈਏ। ਨਹੀਂ ਪਿਆਰਿਓ, ਇਹ ਹੀ ਸਾਨੂੰ ਔਖਾ ਹੈ ਵੀ ਸਾਡੇ ਤੋਂ ਅੱਖ ਹੀ ਨਹੀਂ ਬਹੁਤਿਆਂ ਤੋਂ ਤੇ ਬੰਦ ਹੁੰਦੀ। ਜੇ ਅੱਖ ਬੰਦ ਹੋਈ ਫਿਰ ਅਗਲੀ ਕਹਾਣੀ ਤੇ ਬਾਅਦ ਦੀ ਹੈ ਨਾ, ਜਿਹੜੀ ਅੰਦਰ ਦੀ ਏ ਵੀ ਮਨ ਨੂੰ ਵੇਖਣਾ ਪਏ ਕੀ ਕਰੀ ਜਾ ਰਿਹਾ ਏ, ਅਰਦਾਸਾਂ ਨਿਕਲਣੀਆਂ, ਸਿਮਰਨ ਕਰਨਾ, ਇਹ ਸਾਰਾ ਕੁਝ ਅੰਦਰ ਦੇ ਰਸਤੇ ਨੂੰ ਤਾਂ ਔਖਾ ਕਿਹਾ ਗਿਆ ਖੇਡ, ਕਿਉਂਕਿ ਇਹਦੇ ਲਈ ਬੰਦਗੀ ਹੀ ਇਸ ਮਨ ਨੂੰ ਹੌਲੀ ਹੌਲੀ ਕਮਜ਼ੋਰ ਕਰਦੀ, ਖੋਮੇ ਨੂੰ ਕਮਜ਼ੋਰ ਕਰਦੀ। ਇੱਕਦਮ ਨਹੀਂ ਕੁਛ ਵੀ ਹੁੰਦਾ। ਸ਼ਬਦ ਗੁਰੂ ਹੈ, ਸ਼ਬਦ ਦੀ ਜਿਉਂ ਤਾਕਤ ਅੰਦਰ ਇਕੱਠੀ ਕਰਾਂਗੇ ਤਿਉਂ ਤੋਂ ਮਨ ਕਮਜ਼ੋਰ ਖੁੰਦਾ ਇਹਦੀ ਮੌਤ ਹੋ ਜਾਏਗੀ। ਇਹ ਰਸਤੇ 'ਚ ਆਏਗਾ ਹੀ ਨਹੀਂ। ਜੋ ਤੁਸੀਂ ਚਾਹੋਗੇ ਸਤਿਗੁਰੂ ਜੀ ਦੇ ਹੁਕਮ ਅੰਦਰ ਉਹ ਕੁਝ ਹੀ ਤੁਸੀਂ ਕਰੋਗੇ। ਇਹਦੀ ਨਹੀਂ ਸੁਣੋਗੇ ਇੱਕ ਵੀ। ਤਾਂ ਹੀ ਇਹਦੇ ਬਾਰੇ ਤਾਂ ਮਹਾਰਾਜ ਕਹਿੰਦੇ ਮਨ ਵੇਚੈ ਸਤਿਗੁਰ ਕੈ ਪਾਸ। ਇਹਨੂੰ ਵੇਚ ਦਿਓ ਸਤਿਗੁਰੂ ਜੀ ਦੇ ਕੋਲ, ਇਹਨੂੰ ਆਪਣੇ ਕੋਲ ਨਾ ਰੱਖੋ। ਮੈਂ ਗੱਲ ਕਰ ਰਿਹਾ ਵਾਂ ਖੇਡ ਕਠਿਨ। ਭਾਈ ਕਨ੍ਹਈਆ ਜੀ ਦਾ ਇੱਕ ਬਚਨ ਕਹਿ ਕੇ ਸਮਾਪਤੀ ਵੱਲ ਆਈਏ। ਭਾਈ ਕਨ੍ਹਈਆ ਜਦੋਂ ਪ੍ਰਸ਼ਾਦ, ਜਦੋਂ ਉਹਨਾਂ ਦੀ ਲੱਗੀ ਨਾ ਸੇਵਾ ਪੇ ਲੰਗਰ ਚਲਾਓ, ਲੰਗਰ ਲਾਣੇ, ਖੂਹ ਲਵਾਣੇ, ਜਲ ਛਿੜਕਣਾ, ਜਲ ਛਕਾਣਾ, ਅਤੇ ਉਹ ਜਦੋਂ ਪ੍ਰਸ਼ਾਦਾ ਸੰਗਤਾਂ ਨੂੰ ਛਕਾਣਾ ਬੜੇ ਪਿਆਰ ਨਾਲ ਪੱਤਲਾਂ ਵਿੱਚ ਜਾਂ ਬਰਤਨਾਂ ਵਿੱਚ, ਆਪ ਉਹਨਾਂ ਨੇ ਖੱਚ 'ਤੇ ਹੀ ਰੱਖ ਕੇ ਨਾ ਪ੍ਰਸ਼ਾਦਾ ਉੱਤੇ ਦਾਲ ਸਬਜ਼ੀ ਪਾ ਕੇ ਉਸੇ ਤਰ੍ਹਾਂ ਛਕ ਕੇ ਹੱਥ ਧੋ ਲੈਣੇ। ਉਹਨਾਂ ਨੂੰ ਪੁੱਛਿਆ ਗਿਆ ਭਾਈ ਕਨ੍ਹਈਆ ਸਾਹਿਬ ਜੀ ਐਸਾ ਕਿਉਂ ਕਰਦੇ ਹੋ ਆਪ ਜੀ? ਜਦੋਂ ਕਿ ਭਾਂਡੇ ਪਏ ਨੇ, ਕਹਿਣ ਲੱਗੇ ਅੰਦਰ ਬੈਠਾ ਮਨ ਦੁਸ਼ਮਣ। ਜਦੋਂ ਪਤਾ ਜੇ ਦੁਸ਼ਮਣ ਨੂੰ ਕਮਜ਼ੋਰ ਕਰਨਾ ਹੋਵੇ, ਜੇ ਲੜ ਕੇ ਨਾ ਜਿੱਤ ਸਕੀ, ਉਹ ਕਿਲੇ 'ਚ ਵੜ ਕੇ ਬਹਿ ਜਾਏ ਅਤੇ ਬਾਹਰੋਂ ਰਸਤ ਪਾਣੀ ਬੰਦ ਕਰ ਦਿਓ, ਅੰਦਰਲੀ ਉਹਦੀ ਰਸਤ ਮੁੱਕ ਜਾਏਗੀ, ਹੌਲੀ ਹੌਲੀ ਕਮਜ਼ੋਰ ਹੋ ਜਾਏਗਾ, ਉਹਨੂੰ ਪਕੜਨਾ ਸੌਖਾ ਹੈ। ਕਹਿੰਦੇ ਅੰਦਰ ਬੈਠਾ ਮਨ, ਜਿਹਦੀ ਮਰਜ਼ੀ ਦੇ ਇਹਨੂੰ ਭੋਜਨ ਦਿੰਦੇ ਇਹਨੇ ਹੋਰ ਤਕੜਾ ਖੋ ਜਾਣਾ ਹੈ। ਇਹਦੀ ਤਾਂ ਸੁਣਨੀ ਨਹੀਂ ਨਾ। ਚਾਹੁੰਦੇ ਇਹਨੂੰ ਕਮਜ਼ੋਰ ਕਰਨ ਲਈ ਪ੍ਰਸ਼ਾਦਾ ਇਹਨੂੰ ਸੋਹਣੇ ਸੋਹਣੇ ਬਰਤਨਾਂ ਦੀ ਛਕਾਉਣ ਦੀ ਬਜਾਏ ਹੱਥ 'ਤੇ ਹੀ ਛਕ ਕੇ ਖੱਚ 'ਤੇ ਆਪਣੇ ਹੱਥ ਪੈਰ ਧੋ ਲਈਏ, ਹੱਥ ਮੂੰਹ, ਇਹਨੂੰ ਕਮਜ਼ੋਰ ਕਰ ਲਈ। ਇੱਕ ਢੰਗ ਤਰੀਕਾ ਹੈ ਨਹੀਂ ਵੀ ਆਪਾਂ ਜੇ ਹੱਥ 'ਤੇ ਛਕੀਏ ਤਾਂ ਵਾਕਈ ਕਮਜ਼ੋਰ ਹੋ ਜਾਏਗਾ, ਉੱਥੇ ਵੀ ਹੰਕਾਰ ਬਣਾ ਲਏਗਾ। ਕਹੇਗਾ ਤੁਸੀਂ ਤਾਂ ਦੇਖੋ ਛਕਦੇ ਹੋ ਬਰਤਨਾਂ 'ਚ ਅਤੇ ਆਪਾਂ ਹੱਥ 'ਚ ਹੀ ਛਕ ਕੇ ਰੁੱਖੀ ਸੁੱਕੀ ਖਾ ਲੈਂਦੇ ਹਾਂ। ਸਵਾਲ ਹੱਥਾਂ ਦਾ ਨਹੀਂ, ਬਰਤਨਾਂ ਦਾ ਨਹੀਂ ਪਿਆਰਿਓ, ਸਵਾਲ ਇਹ ਪਈ ਅੰਦਰੋਂ ਇਹਦੇ ਨਾਲ ਮਨ ਮਜ਼ਬੂਤ ਖੋ ਰਿਹਾ ਕਿ ਕਮਜ਼ੋਰ ਖੋ ਰਿਹਾ। ਜਿਹਦੇ ਨਾਲ ਮਨ ਕਮਜ਼ੋਰ ਹੋਵੇ ਅਤੇ ਸ਼ਬਦ ਦੀ ਤਾਕਤ ਵਧੇ, ਉਹ ਕੰਮ ਕਰਨਾ ਭਲਾ ਹੈ। ਜਿਹਦੇ ਨਾਲ ਖੋਮੇ ਵੱਧ ਜਾਵੇ, ਉਹਨੂੰ ਕੀ ਅਸੀਂ ਕਰਕੇ ਕਰਨਾ? ਸਤਿਗੁਰੂ ਜੀ ਕਹਿੰਦੇ ਖੋਂ ਤਿਆਗੀਏ, ਇਹ ਖੇਡ ਕਠਿਨ ਸੌਖੀ ਬਣ ਜਾਏਗੀ ਜੇਕਰ ਸਤਿਗੁਰੂ ਦਾ ਹੁਕਮ ਕਮਾਣਾ ਤੁਰਾਂਗੇ ਅਤੇ ਆਖਾਂਗੇ ਮਹਾਰਾਜ ਮੈਂ ਛੁੱਟ ਨਹੀਂ ਸਕਣਾ, ਤੁਸੀਂ ਛੁਡਾ ਲਵੋ। ਅਰਦਾਸਾਂ ਨਿਕਲਣ ਅੰਦਰੋਂ। ਮਹਾਰਾਜ ਜੀ ਦਾ ਬਚਨ ਹੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦਾ। ਸਾਹਿਬ ਕਹਿੰਦੇ ਮਨ ਕਰ ਖਲਾਵੜ ਭਾਗਿਆ, ਹਰ ਏਕ ਨਦਰ ਨਿਖਾਲ, ਆਪ ਚੜਾਏ ਛੁੱਟੀਐ, ਸਤਿਗੁਰ ਚਰਨ ਸੰਭਾਲ। ਹੇ ਮੇਰੇ ਸਤਿਗੁਰੂ ਜੀਓ ਮਿਹਰ ਕਰੋ, ਇੱਕ ਮੇਰਾ ਵਾਲੀ ਨਿਗਾਹ ਪਾ ਦਿਓ ਅਤੇ ਅਸੀਂ ਛੁੱਟ ਜਾਵਾਂਗੇ, ਨਹੀਂ ਤਾਂ ਇਸ ਮਨ ਤੋਂ ਛੁੱਟਣਾ ਬਹੁਤ ਔਖਾ ਹੈ। ਆਪ ਛਡਾਓ, ਆਪ ਛਡਾਏ ਛੁੱਟੀਏ। ਤੁਸੀਂ ਚਾਹੋ ਇੱਕ ਛਿਨ ਦਾ ਕੰਮ ਹੈ ਤੁਹਾਡੇ ਲਈ, ਪਰ ਉਹ ਕਿਸੇ ਦੇ ਕਹਿਣ ਨਾਲ ਨਹੀਂ, ਉਹ ਸੁਰਤੀ ਦੀ ਹਾਲਤ ਵਿੱਚੋਂ ਇਹ ਸ਼ਬਦ ਨਿਕਲਣ ਅਰਦਾਸ ਦੇ। ਪਿਆਰਿਓ ਗੁਰੂ ਖਾਰਾਏ ਸਾਹਿਬ ਜਿਸ ਮਾਈ ਕੋਲੋਂ ਘੋੜੇ 'ਤੇ ਚੜ੍ਹੀ ਜਾ ਕੇ ਪ੍ਰਸ਼ਾਦਾ ਛਕਦੇ ਨੇ, ਉਹ ਮਾਈ ਬਾਰੇ ਜਦੋਂ ਅਗਲੇ ਦਿਨ ਸਿੱਖ ਲੈ ਕੇ ਗਏ ਪ੍ਰਸ਼ਾਦ, ਵੀ ਸਤਿਗੁਰੂ ਜੀ ਇਸ ਟਾਈਮ ਸ਼ਾਇਦ ਭੁੱਖ ਲੱਗਦੀ ਹੋਏਗੀ। ਸਾਹਿਬ ਕਹਿਣ ਲੱਗੇ ਭੋਲਿਓ ਕਿਉਂ ਇੱਥੇ ਲੈ ਕੇ ਆਇਓ? ਮਹਾਰਾਜ ਤੁਸੀਂ ਕੱਲ੍ਹ ਉਸ ਮਾਈ ਕੋਲੋਂ ਛਕਿਆ ਹੈ, ਉਸੇ ਤਰ੍ਹਾਂ ਸੋਚਿਆ ਬਹੁਤ ਭੁੱਖ ਲੱਗੀ ਹੋਏਗੀ।
ਕਹਿੰਦੇ ਜੋ ਮਾਈ ਦੇ ਅੰਦਰ ਪਿਆਰ ਤੇ ਭਾਵਨਾ ਸੀ ਪਿਆਰਿਓ, ਉਹ ਤੁਹਾਡੇ ਵਿੱਚ ਕਿੱਥੇ ਹੈ। ਜਦੋਂ ਉਸ ਹਾਲਤ ਵਿੱਚ ਕੋਈ ਪਹੁੰਚਦੀ ਸੁਰਤੇ, ਉਦੋਂ ਸਭੋ ਕੁਝ ਪ੍ਰਵਾਨ ਹੈ। ਸੋ ਅੰਦਰ ਦੀ ਹਾਲਤ ਵੇਖਣੀ ਹੁੰਦੀ ਏ। ਸੁਰਤੇ ਹੰਕਾਰ ਵਿੱਚ ਜਾ ਰਹੀ ਏ ਕੰਮ ਕਰਕੇ ਕਿ ਪਿਆਰ ਨਿਮਰਤਾ ਗਰੀਬੀ ਵਿੱਚ ਜਾ ਰਹੀ ਏ। ਜਿਹੜੀ ਚੀਜ਼ ਅੰਦਰ ਗਰੀਬੀ ਨਿਮਰਤਾ ਭਾਵਨਾ ਨੂੰ ਪੈਦਾ ਕਰੇ ਉਹ ਕੰਮ ਭਲਾਈ। ਜਿਹੜੇ ਕੰਮ ਨੂੰ ਕਰਕੇ ਹਉਮੈ ਵਧੇ, ਅਹੰਕਾਰ ਵਧੇ, ਭਾਵੇਂ ਬਾਹਰੋਂ ਉਹ ਭਾਵੇਂ ਕਿੰਨਾ ਹੀ ਕਰਮ ਚੰਗਾ ਜਾਪੇ, ਉਹਦੀ ਨਿਗਾਹ ਵਿੱਚ ਉਹ ਪ੍ਰਵਾਨ ਨਹੀਂ ਹੁੰਦਾ। ਤੋ ਇਸ ਕਰਕੇ ਸਤਿਗੁਰੂ ਜੀ ਦਾ ਹੁਕਮ ਹੈ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਖੂ ਗੁਰਮੁਖ ਜਾਣਾ। ਗੁਰੂ ਦੇ ਸਨਮੁਖ ਹੋ ਕੇ ਕਿਸੇ ਵਿਰਲੇ ਨੂੰ ਸੋਝੀ ਪੈਂਦੀ, ਜਿਹਨੂੰ ਉਹਨੇ ਸੋਝੀ ਪਾ ਦਿੱਤੀ। ਇੱਕ ਨਾਨੋਂ ਫਿਰ ਸੋਝੀ ਆਈ, ਇੱਕ ਫਿਰ ਦੇ ਵੇ ਪ੍ਰਵਾਹ। ਕਈਆਂ ਨੂੰ ਸੋਝੀ ਆ ਜਾਂਦੀ, ਉਹ ਫਿਰ ਜ਼ਿੰਦਗੀ ਦਾ ਨਿਸ਼ਾਨਾ ਨੂੰ ਮਿਲਣ ਦਾ ਬਣਾਉਂਦੇ, ਤੁਰਦੇ ਤੇ ਸੁੱਖ ਮਾਣਦੇ ਨੇ, ਬਾਜੀ ਜਿੱਤ ਜਾਂਦੇ। ਅਤੇ ਜਿਨ੍ਹਾਂ ਨੂੰ ਨਹੀਂ ਸੋਝੀ ਆਉਂਦੀ, ਉਹ ਫਿਰ ਜਨਮ ਮਰਨ ਦੇ ਖੇਡ ਵਿੱਚ ਪੈ ਕੇ ਇੱਥੇ ਵੀ ਦੁਖੀ ਅਤੇ ਅਗਲੇ ਜਨਮਾਂ ਦਾ ਵੀ ਦੁੱਖ ਸਖੇੜਦੇ ਨੇ। ਮਹਾਰਾਜ ਕਿਸੇ ਨੂੰ ਉਸ ਦੁੱਖ ਵਿੱਚ ਨਾ ਪਾਉਣ, ਸਭਨਾਂ ਨੂੰ ਆਪਣੇ ਚਰਨਾਂ ਨਾਲ ਜੋੜਨ। ਨਵੇਂ ਸਤਿਗੁਰਾਂ ਦੇ ਅਗਲੇ ਬਚਨ ਦੇ ਵਿਚਾਰ ਕੱਲ੍ਹ ਨੂੰ ਆਪਾਂ ਕਰਾਂਗੇ ਵੀ ਦੁਨੀਆ 'ਚ ਸਭ ਤੋਂ ਹੈਰਾਨ ਕਰਨ ਵਾਲੀ ਕਿਹੜੀ ਗੱਲ ਹੈ, ਉਹ ਦੀਦਾਰ ਕੱਲ੍ਹ ਨੂੰ ਕਰਾਂਗੇ। ਅੱਜ ਦੇ ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ